ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਇੱਕ ਵਾਰ ਲਖਨਊ ਤੋਂ ਦਿੱਲੀ ਜਾ ਰਹੀ ਰੇਲ ਗੱਡੀ ਵਿੱਚ ਕੁਝ ਬਦਮਾਸ਼ ਵੀ ਚੜ੍ਹੇ ਸਨ। ਬਦਮਾਸ਼ਾਂ ਨੇ ਗੱਡੀ ਲੁੱਟਣ ਦਾ ਮਨ ਬਣਾਇਆ ਅਤੇ ਮੁਸਾਫਰਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਲੋਕ ਡਰਦੇ ਮਾਰੇ ਜੋ ਕੁਝ ਉਹਨਾਂ ਕੋਲ ਸੀ ਡਾਕੂਆਂ ਦੇ ਹਵਾਲੇ ਕਰਨ ਲੱਗੇ। ਪਰ ਬਦਮਾਸ਼ਾਂ ਨੇ ਵੇਖਿਆ ਕਿ ਡੱਬੇ ਵਿੱਚ 23 ਕੁ ਵਰ੍ਹਿਆਂ ਦੀ ਲੜਕੀ ਨੇ ਆਪਣੇ ਗਲੇ ਵਿੱਚ ਪਹਿਨੀ ਹੋਈ ਜੰਜੀਰ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਉਹਨਾਂ ਲਈ ਬੜੀ ਨਮੋਸ਼ੀ ਵਾਲੀ ਗੱਲ ਸੀ ਕਿ ਇੱਕ ਨਿਹੱਥੀ ਲੜਕੀ ਉਹਨਾਂ ਨੂੰ ਵੰਗਾਰੇ। ਗੁੰਡੇ ਬਦਮਾਸ਼ ਲੋਕ ਨੇ ਹੋਰ ਮੁਸਾਫਰਾਂ ਨੂੰ ਡਰਾਉਣਾ ਅਤੇ ਉਹਨਾਂ ਦੀ ਅਣਖ ਨੂੰ ਵੰਗਾਰਨ ਵਾਲੀ ਇਸ ਲੜਕੀ ਨੂੰ ਗੱਡੀ ਵਿੱਚੋਂ ਚੁੱਕ ਕੇ ਥੱਲੇ ਸੁੱਟ ਦਿੱਤਾ। ਉੱਧਰੋਂ ਦੂਜੇ ਪਾਸਿਓਂ ਵੀ ਇੱਕ ਹੋਰ ਟ੍ਰੇਨ ਆ ਰਹੀ ਸੀ ਜੋ ਉਸ ਲੜਕੀ ਦੇ ਪੈਰ ਉੱਤੋਂ ਦੀ ਨਿਕਲ ਗਈ। ਭਾਵੇਂ ਉਸ ਲੜਕੀ ਦੀ ਜਾਨ ਬਚ ਗਈ, ਪਰ ਇਸ ਘਟਨਾ ਵਿੱਚ ਉਸ ਦਾ ਪੈਰ ਜਾਂਦਾ ਰਿਹਾ। ਇਹ ਲੜਕੀ ਕੌਣ ਸੀ? ਇਹ ਲੜਕੀ ਕੋਈ ਹੋਰ ਨਹੀਂ ਸੀ ਬਲਕਿ ਦੇਸ਼ ਦੀ ਰਾਸ਼ਟਰੀ ਪੱਧਰ ਦੀ ਵਾਲੀਬਾਲ ਖਿਡਾਰਨ ਅਰੁਣਾ ਸਿਨਹਾ ਸੀ। ਇਹ ਘਟਨਾ 11 ਅਪ੍ਰੈਲ 2011 ਦੀ ਵਾਪਰੀ, ਜਿਸ ਸਮੇਂ ਇਸ ਖਿਡਾਰਨ ਦੀ ਉਮਰ ਸਿਰਫ 23 ਵਰ੍ਹਿਆਂ ਦੀ ਸੀ। ਅਰੁਣਿਮਾ ਸਿਨਹਾ ਦਾ ਜਨਮ ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਵਿੱਚ 1988 ਵਿਖੇ ਹੋਇਆ। ਬਚਪਨ ਤੋਂ ਹੀ ਇਸ ਬੱਚੀ ਨੇ ਮਨ ਵਿੱਚ ਕੁਝ ਵੱਡਾ ਕਰਨ ਦਾ ਸੁਪਨਾ ਸੀ। ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਲਈ ਉਸ ਕੁੜੀ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਦੀ ਖਿਡਾਰਨ ਬਣਨ ਲਈ ਠਾਣ ਲਈ। ਇਹ ਮੁਕਾਮ 'ਤੇ ਪੁੱਜਣ ਲਈ ਇਸ ਨੇ ਵਾਲੀਬਾਲ ਦੀ ਖੇਡ ਨੂੰ ਚੁਣਿਆ ਸੀ। ਹੁਣ ਜਦੋਂ ਵੀ ਉਹ ਇੱਕ ਪੈਰ ਤੋਂ ਅਪੰਗ ਹੀ ਹੋ ਚੁੱਕੀ ਸੀ, ਉਸ ਨੇ ਹੌਸਲਾ ਨਹੀਂ ਹਾਰਿਆ। ਉਸ ਨੂੰ ਅਹਿਸਾਸ ਸੀ ਕਿ ਜੇਕਰ ਮਨ ਵਿੱਚ ਕੁਝ ਕਰ ਗੁਜ਼ਰਨ ਦੀ ਚਾਹਤ ਹੋਵੇ ਤਾਂ ਕੋਈ ਅੜਿੱਕਾ ਜ਼ਿਆਦਾ ਚਿਰ ਰਸਤਾ ਨਹੀਂ ਰੋਕ ਸਕਦਾ। 4.5 ਮਹੀਨੇ ਦਿੱਲੀ ਦੇ ਏਮਜ਼ ਵਿੱਚ ਉਸ ਦਾ ਇਲਾਜ ਚੱਲਿਆ। ਇਲਾਜ ਕਰਾਉਣ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਉਹ ਸਿੱਧੀ ਮਾਊਂਟ ਐਵਰੈਸਟ ਵਿਜੇਤਾ ਬੇਚੰਦਰੀਅਲ ਨੂੰ ਮਿਲੀ ਅਤੇ ਉਸ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ। ਮੈਂ ਇੱਕ ਲੱਤ ਨਾਲ ਦੁਨੀਆ ਨੂੰ ਜਿੱਤਣਾ ਚਾਹੁੰਦੀ ਹਾਂ। ਕਮਾਲ ਇਹ ਵੀ ਹੈ ਕਿ ਬੇਚੰਦਰੀਪਾਲ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਦੀ ਸੀ, ਸਿਰਫ ਉਸ ਬਾਰੇ ਅਖਬਾਰਾਂ ਅਤੇ ਕਿਤਾਬਾਂ ਵਿੱਚ ਹੀ ਪੜ੍ਹਿਆ ਸੀ। ਉਹ ਲੜਕੀ ਆਪਣੇ ਦਿਲ ਦੇ ਇਰਾਦੇ ਅਜਿਹੇ ਠੋਸ ਸ਼ਬਦ ਵਿੱਚ ਪੇਸ਼ ਕਰਦੀ ਸੀ ਕਿ ਸਾਹਮਣੇ ਵਾਲੇ ਨੂੰ ਵਿਸ਼ਵਾਸ ਕਰਨ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਸੀ ਰਹਿ ਜਾਂਦਾ। ਬੇਚੰਦਰੀਪਾਲ ਵੀ ਆਖਰ ਉਸ ਦੇ ਪੱਕੇ ਇਰਾਦੇ ਨੂੰ ਸਮਝ ਗਿਆ। ਉਸ ਨੇ ਆਪਣੀ ਪਹਾੜ 'ਤੇ ਚੜ੍ਹਨ ਦੀ ਸਿੱਖਿਆ ਨਹਿਰੂ ਇੰਸਟੀਚਿਊਟ ਤੋਂ ਉੱਤਰਕਾਸ਼ੀ ਤੋਂ ਲਈ ਸੀ। ਬੇਚੰਦਰੀਪਾਲ ਦੀ ਅਗਵਾਈ ਵਿੱਚ ਉਸ ਨੇ ਇੱਕ ਵਰ੍ਹਾ ਕਰੜੀ ਟ੍ਰੇਨਿੰਗ ਲਈ ਅਤੇ ਫਿਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਸਰ ਕਰਨ ਲਈ ਤੁਰ ਪਈ। 52 ਦਿਨਾਂ ਦੀ ਖਤਰਨਾਕ ਯਾਤਰਾ ਤੋਂ ਬਾਅਦ ਅਖੀਰ ਉਹ ਲੜਕੀ 21 ਮਈ 2013 ਦੀ ਸਵੇਰ ਦੇ 10:55 'ਤੇ ਮਾਊਂਟ ਐਵਰੈਸਟ 'ਤੇ ਹਿੰਦੁਸਤਾਨ ਦਾ ਤਿਰੰਗਾ ਲਹਿਰਾਉਣ ਵਿੱਚ ਕਾਮਯਾਬ ਹੋ ਗਈ। ਇਹ ਇੱਕ ਪੈਰ ਵਾਲੀ ਲੜਕੀ ਦਾ ਜਨੂੰਨ ਅਤੇ ਜੋਸ਼ ਵੇਖੋ। ਜਦੋਂ ਇਹ ਆਪਣੀ ਮੰਜ਼ਿਲ 'ਤੇ ਪਹੁੰਚਣ ਵਾਲੀ ਸੀ ਤਾਂ ਉਸ ਸਮੇਂ ਇਸ ਦਾ ਆਕਸੀਜਨ ਗੈਸ ਵਾਲਾ ਸਿਲੰਡਰ ਲਗਭਗ ਖਤਮ ਹੋ ਰਿਹਾ ਸੀ। ਵਾਪਸ ਆਉਣ ਦੀ ਸਲਾਹ ਨਾ ਮੰਨ ਕੇ ਇਸ ਜਨੂੰਨੀ ਕੁੜੀ ਨੇ ਆਪਣੀ ਮੰਜ਼ਿਲ 'ਤੇ ਪਹੁੰਚ ਕੇ ਹੀ ਦਮ ਲਿਆ। ਹਿਮਾਲਾ ਦੀ ਚੋਟੀ 'ਤੇ ਪਹੁੰਚ ਕੇ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਇੰਨੀ ਜ਼ੋਰ ਦੀਆਂ ਚੀਖਾਂ ਅਤੇ ਸਾਰੀ ਦੁਨੀਆ ਨੂੰ ਦੱਸ ਦਿਆਂ ਕਿ ਅੱਜ ਮੈਂ ਦੁਨੀਆ ਦੇ ਸਭ ਤੋਂ ਉੱਚੇ ਸਥਾਨ ਉੱਤੇ ਹਾਂ। ਉਸ ਪਲ ਨੂੰ ਮੈਂ ਆਪਣੇ ਦਿਲ ਦਿਮਾਗ ਵਿੱਚ ਬਿਠਾ ਕੇ ਬੈਠੀ ਹਾਂ। ਜੇ ਮੈਨੂੰ ਪੇਂਟਿੰਗ ਆਉਂਦੀ ਹੁੰਦੀ ਤਾਂ ਉਸ ਦ੍ਰਿਸ਼ ਨੂੰ ਕੈਨਵਸ 'ਤੇ ਉਤਾਰਨ ਲਈ ਕੋਸ਼ਿਸ਼ ਕਰਦੀ। ਇੱਕ ਪੈਰ ਨਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਸਰ ਕਰਨ ਵਾਲੀ ਭਾਰਤ ਦੀ ਇਸ ਕੁੜੀ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ ਨੇ 10 ਅਗਸਤ 2013 ਨੂੰ ਵਡੋਦਰਾ ਵਿਖੇ ਸਨਮਾਨਿਤ ਕੀਤਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸ ਕੁੜੀ ਨੂੰ ਸਨਮਾਨਿਤ ਕੀਤਾ ਅਤੇ 25 ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ। 11 ਜਨਵਰੀ 2014 ਨੂੰ ਨਰਿੰਦਰ ਮੋਦੀ ਨੇ ਇਸ ਕੁੜੀ ਨੂੰ ਗੁਜਰਾਤ ਵਿੱਚ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਇਸ ਨੂੰ ਤੇਂਜਿੰਗ ਨਾਰਗੇ, ਸਲਾਮ ਇੰਡੀਆ ਅਤੇ ਹੋਰ ਕਈ ਉੱਚ ਕੋਟੀਏ ਅਵਾਰਡ ਪ੍ਰਾਪਤ ਕੀਤੇ। ਦੁਨੀਆ ਦੀ ਮਸ਼ਹੂਰ ਪਬਲਿਸ਼ਿੰਗ ਕੰਪਨੀ ਪੈਂਗੁਇਨ ਇਸ ਦੀ ਜੀਵਨੀ ਬਾਰੇ ਕਿਤਾਬ ਛਾਪ ਰਹੀ ਹੈ। ਅੱਜ ਕੱਲ੍ਹ ਉਹ ਕੁੜੀ 2016 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਤਿਆਰ ਕਰ ਰਹੀ ਹੈ ਕਿਉਂਕਿ ਉਹ 200 ਮੀਟਰ ਵਿੱਚ ਇੱਕ ਲੱਤ ਨਾਲ ਦੌੜਨਾ ਚਾਹੁੰਦੀ ਹੈ।
ਉਹ ਕੁੜੀ ਦੀ ਕਹਾਣੀ ਬੁਲੰਦ ਹੌਸਲੇ ਦੀ ਕਹਾਣੀ ਹੈ, ਪੱਕੇ ਇਰਾਦੇ ਦੀ ਕਹਾਣੀ ਹੈ, ਆਤਮ ਵਿਸ਼ਵਾਸ ਦੀ ਕਹਾਣੀ ਹੈ। ਇਹ ਉਹ ਕਹਾਣੀ ਹੈ ਜੋ ਸਮਝਾਉਂਦੀ ਹੈ ਕਿ ਮੁਸ਼ਕਲਾਂ ਦਾ ਇਰਾਦਿਆਂ ਨੂੰ ਅਜਮਾਉਂਦੀਆਂ ਹਨ। ਇਹ ਤਾਂ ਕਹਿੰਦੀਆਂ ਹਨ, ਹੌਸਲਾ ਮਤ ਹਾਰ, गिर कर ओ मुसाफिर, ठोकरें इंसान को चलाना सिखाती हैं। ਜੇਕਰ ਉਸਨੇ गिर कर ਹੌਸਲਾ ਹਾਰਿਆ ਹੁੰਦਾ ਤਾਂ ਅੱਜ ਉਹ ਦੁਨੀਆ ਦੀ ਚੋਟੀ ਤੇ ਨਾ ਖੜੀ ਹੁੰਦੀ। ਉਸ ਦੇ ਆਤਮ ਬਲ ਤੇ ਸਿੱਧ ਕਰ ਦਿੱਤਾ ਕਿ ਸਰੀਰ ਨਾਲੋਂ ਮਾਨਸਿਕ ਬਲ ਜ਼ਿਆਦਾ ਤਾਕਤਵਰ ਹੁੰਦਾ ਹੈ। ਜ਼ਿੰਦਗੀ ਦੀ ਖੇਡ ਮਨ ਨਾਲ ਜਿੱਤੀ ਜਾਂਦੀ ਹੈ, ਨਾ ਕਿ ਸਿਰਫ ਸਰੀਰ ਬਲ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।